ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਆਪ ਸਭ ਜਾਣਦੇ ਹੋ ਕਿ ਕਲਗੀਧਰ ਪਾਤਸ਼ਾਹ ਦੇ ਸਿਖਰਲੇ 52 ਬਚਨ ਲੜੀਵਾਰ ਇਸ ਪ੍ਰੋਗਰਾਮ ਦੇ ਰਾਹੀਂ ਆਪ ਸਭ ਦੇ ਸਨਮੁਖ ਕੀਤੇ ਜਾ ਰਹੇ ਨੇ। ਤੇ ਲੜੀਵਾਰ ਕਲਗੀਧਰ ਪਾਤਸ਼ਾਹ ਦੇ ਬਚਨਾਂ ਦੀ ਵਿਚਾਰ ਕਰਦਿਆਂ ਆਪਾਂ ਅੱਜ 41ਵੇਂ ਬਚਨ ਤੇ ਪਹੁੰਚੇ ਹਾਂ। ਸਿਖਰਲੇ 52 ਬਚਨਾਂ ਚੋਂ ਸਤਿਗੁਰ ਦਾ 41ਵਾਂ ਬਚਨ ਹੈ ਕਿ ਸਿੱਖ ਨੇ ਬਚਨ ਕੌੜਾ ਨਹੀਂ ਕਹਿਣਾ, ਜਿਸ ਕਰਕੇ ਕਿਸੇ ਦਾ ਹਿਰਦਾ ਦੁਖਦਾ ਹੋਵੇ। ਇਹ ਬਚਨ ਦੀ ਰਮਜ ਨੂੰ ਸਮਝਣ ਦੇ ਲਈ ਆਪਾਂ ਨੂੰ ਗੁਰਬਾਣੀ ਨੂੰ ਸਮਝਣਾ ਪਵੇਗਾ। ਆਪਾਂ ਗੁਰਬਾਣੀ ਰਾਹੀਂ ਇਸ ਬਚਨ ਦੀ ਰਮਜ ਜਾਣਦੇ ਹਾਂ ਕਿ ਸਿੱਖ ਨੇ ਬਚਨ ਕੌੜਾ ਨਹੀਂ ਕਹਿਣਾ, ਜਿਸ ਕਰਕੇ ਕਿਸੇ ਦਾ ਹਿਰਦਾ ਦੁਖਦਾ ਹੋਵੇ, ਯਾਨੀ ਕਿ ਕਿਸੇ ਦਾ ਹਿਰਦਾ ਨਹੀਂ ਦਿਖਾਉਣਾ। ਆਪਾਂ ਵਾਰ-ਵਾਰ ਆ ਬਚਨਾਂ ਦੀ ਵਿਚਾਰ ਕਰਦੇ ਹਾਂ ਵੀ, ਤੇ ਵੈਸੇ ਵੀ ਸਿੱਖ ਸਿਧਾਂਤਾਂ ਦੀ ਗੱਲ ਕਰਦੇ ਹਾਂ, ਇਹ ਗੱਲ ਵਾਰ-ਵਾਰ ਦੁਹਰਾਉਂਦੇ ਆ ਕਿ ਸਿੱਖ ਨੇ ਆਪਣੀ ਜ਼ਿੰਦਗੀ ਜਿਉਣ ਦੀ ਸੋਝੀ ਗੁਰਬਾਣੀ ਤੋਂ ਲੈਣੀ ਆ। ਗੁਰਬਾਣੀ ਜਿਵੇਂ ਕਹਿੰਦੀ ਆ ਉਵੇਂ ਦਰਸਾਉਣਾ ਆ। ਜਿਵੇਂ ਗੁਰਬਾਣੀ ਕਹਿੰਦੀ ਉੱਦਾਂ ਉਹਨੂੰ ਮੰਨਣਾ ਹੈ ਤੇ ਉਸ ਮੁਤਾਬਕ ਆਪਣਾ ਜੀਵਨ ਜਿਉਣਾ ਆ। ਤੇ ਗੁਰਬਾਣੀ ਦਾ ਸਭ ਤੋਂ ਪਹਿਲਾ ਸਭ ਤੋਂ ਵੱਡਾ ਆਦੇਸ਼ ਹੀ ਇਹ ਹੈ ਕਿ ਅਕਾਲ ਪੁਰਖ ਪਰਮਾਤਮਾ ਹਰ ਹਿਰਦੇ ਅੰਦਰ ਵਸਦਾ, ਰੋਮ ਰੋਮ ਦੇ ਵਿੱਚ, ਕਣ ਕਣ ਦੇ ਵਿੱਚ ਪਰਮਾਤਮਾ ਦਾ ਵਾਸਾ। ਮੂਲ ਮੰਤਰ ਦੇ ਸਤਿਗੁਰ ਨੇ ਇਹ ਗੱਲ ਕਹੀ, ਜਦੋਂ ਆਖਿਆ ਨਾ ਕਰਤਾ ਪੁਰਖ, ਤੇ ਉਦੋਂ ਸਤਿਗੁਰ ਨੇ ਆਖ ਦਿੱਤਾ ਕਿ ਉਹ ਇਸ ਸੰਸਾਰ ਨੂੰ, ਇਸ ਬ੍ਰਹਿਮੰਡ ਦੀ ਸਿਰਜਣਾ ਕਰਨ ਵਾਲਾ ਤਾਂ ਹੈ ਹੀ ਹੈ, ਕਰਤਾ ਹੈ, ਪਰ ਪੁਰਖ ਦਾ ਅਰਥ ਹੈ ਸਿਰਜਣਾ ਕਰਕੇ ਕਿਤੇ ਵੱਖ ਨਹੀਂ ਚਲ ਗਿਆ, ਉਹ ਇਹਦੇ ਵਿੱਚ ਹੀ ਆਪ ਵੀ ਵਸ ਰਿਹਾ ਹੈ, ਰੋਮ ਰੋਮ ਦੇ ਵਿੱਚ, ਕਣ ਕਣ ਦੇ ਵਿੱਚ, ਹਰ ਫੁੱਲ ਦੇ ਵਿੱਚ, ਹਰ ਫਲ ਦੇ ਵਿੱਚ ਉਹ ਪਰਮਾਤਮਾ ਦਾ ਵਾਸਾ ਹੈ। ਹਰ ਹਿਰਦੇ ਅੰਦਰ ਪਰਮਾਤਮਾ ਦਾ ਵਾਸਾ ਹੈ। ਇਸੇ ਲਈ ਸਿੱਖ ਨੂੰ ਹੁਕਮ ਆ ਸਤਿਗੁਰ ਦਾ ਕਿ ਤੂੰ ਹਿਰਦਾ ਨਹੀਂ ਦਿਖਾਉਣਾ ਭਾਈ। ਗੁਰਬਾਣੀ ਨੇ ਵਾਰ-ਵਾਰ ਇਹ ਹੁਕਮ ਕੀਤਾ, ਕਿਸੇ ਦਾ ਹਿਰਦਾ ਨਹੀਂ ਦਿਖਾਉਣਾ। ਉਹ ਬਾਬਾ ਬੁੱਲਾ ਜੀ ਦੇ ਨਾਲ ਜੋੜ ਕੇ ਗੱਲ ਕਹਿ ਦਿੱਤੀ ਜਾਂਦੀ ਨਾ, ਮੰਦਰ ਢਾਹ ਦੇ, ਬੁੱਲੇ ਦਾ ਨਾਲ ਜੋੜ ਕੇ ਕਹੀ ਜਾਂਦੀ ਗੱਲ, ਮੰਦਰ ਢਾਹ ਦੇ, ਮਸਜਿਦ ਢਾਹ ਦੇ, ਢਾਈਂਦਾ ਜੋ ਕੁਛ ਢਾਹ ਦੇ, ਪਰ ਬੁੱਲਿਆ ਤੂੰ ਦਿਲ ਨਾ ਢਾਈ, ਕਿ ਉਹਨਾਂ ਦਿਲਾਂ ਦੇ ਵਿੱਚ ਰੱਬ ਵਸਦਾ ਹੈ। ਕਿਸੇ ਦਾ ਹਿਰਦਾ ਨਾ ਤੋੜੀ। ਪਰ ਇਹ ਗੱਲ ਬੁੱਲੇ ਨਾਲੋਂ ਵੀ ਜ਼ਿਆਦਾ, ਕਿ ਬੁੱਲਾ ਜਿਹੜੇ ਅਕੀਦੇ ਨਾਲ ਜੁੜਿਆ ਸੀ, ਇਸਲਾਮ ਦਾ ਅਕੀਦਾ, ਉਹ ਤਾਂ ਪਰਮਾਤਮਾ ਨੂੰ ਵੱਖ ਦੱਸਦਾ ਹੈ, ਉਹ ਤਾਂ ਰੋਮ ਰੋਮ ਚ ਨਹੀਂ ਦੱਸਦਾ। ਪਰ ਕਿਉਂਕਿ ਸੂਫੀ ਫਕੀਰ ਗੁਰੂ ਨਾਨਕ ਤੋਂ ਪ੍ਰਭਾਵਿਤ ਸਨ, ਗੁਰੂ ਤੋਂ ਪ੍ਰਭਾਵਿਤ ਸਨ, ਗੁਰਮਤਿ ਦੇ ਫਲਸਫੇ ਤੋਂ ਪ੍ਰਭਾਵਿਤ ਸਨ, ਇਸ ਕਰਕੇ ਉਹਨਾਂ ਨੇ ਰੋਮ ਰੋਮ ਦੀ ਗੱਲ ਵੀ ਕਰਨੀ ਸ਼ੁਰੂ ਕਰ ਦਿੱਤੀ ਸੀ, ਇਸਲਾਮ ਤੋਂ ਵੱਖਰਾ। ਇਸੇ ਕਰਕੇ ਮੈਂ ਕਈ ਵਾਰੀ ਕਹਿ ਦਿੰਦਾ, ਸੂਫੀ ਸਾਡੇ ਜ਼ਿਆਦਾ ਨੇੜੇ ਨੇ, ਗੁਰਮਤਿ ਦੇ ਜ਼ਿਆਦਾ ਨੇੜੇ ਸਨ। ਇਹ ਸਾਡੀ ਬਦਕਿਸਮਤੀ ਕਿ ਸਾਡੇ ਪ੍ਰਚਾਰਕਾਂ ਤੋਂ, ਸਾਡੇ ਅਦਾਰਿਆਂ ਤੋਂ ਸੂਫੀ ਫਕੀਰਾਂ ਦਾ ਵਿਰਸਾ ਨਹੀਂ ਸੰਭਿਆ ਗਿਆ। ਉਹ ਜ਼ਿਆਦਾ ਸਿੱਖੀ ਨਾਲ ਜੁੜੇ ਹੋਏ ਸਨ। ਬਾਬਾ ਫਰੀਦ ਦਾ ਜਿੰਨਾ ਸਤਿਕਾਰ ਅਸੀਂ ਕਰਦੇ ਹਾਂ, ਉਹਨਾਂ ਕੋਈ ਹੋਰ ਨਹੀਂ ਕਰ ਸਕਦਾ, ਕੋਈ ਹੋਰ ਮਤਲਬ ਕਰ ਹੀ ਨਹੀਂ ਸਕਦਾ। ਅਸੀਂ ਤੈਨੂੰ ਗੁਰੂ ਜਾਣ ਕੇ ਮੱਥਾ ਟੇਕਦੇ ਉਹਦੀ ਬਾਣੀ ਨੂੰ, ਉਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਅੰਗ ਹੈ। ਕੋਈ ਹੋਰ ਧਰਮ ਆਪਣੇ ਪੈਗੰਬਰ ਦੇ ਬਰਾਬਰ ਬਾਬਾ ਫਰੀਦ ਨੂੰ ਬਿਠਾ ਸਕਦਾ? ਨਹੀਂ ਬਿਠਾ ਸਕਦਾ। ਅਸੀਂ ਬਿਠਾਇਆ ਹੋਇਆ ਆਪਣੇ ਗੁਰੂਆਂ ਦੇ ਬਰਾਬਰ, ਆਪਣੇ ਪੀਰ ਦੇ ਬਰਾਬਰ, ਆਪਣੇ ਪੈਗੰਬਰਾਂ ਦੇ ਬਰਾਬਰ, ਰੱਬ ਰੂਪ ਕਰਕੇ, ਗੁਰੂ ਰੂਪ ਕਰਕੇ ਮੰਨਦੇ ਹਾਂ। ਤੇ ਬਾਬਾ ਫਰੀਦ ਜੀ ਭਾਰਤੀ ਸਭਿਅਤਾ ਜਿਹੜੇ ਸੂਫੀ ਸਨ, ਉਹਨਾਂ ਦਾ ਪਤਾਮਾ ਹੈ ਉਹ। ਬਾਕੀ ਸਾਰੇ ਉਦੋਂ ਦੇ ਬਾਅਦ ਦੇ ਨੇ, ਪਹਿਲਾਂ ਉਹੀ ਹੈ। ਖੈਰ, ਮੈਂ ਗੱਲ ਪਾਸੇ ਨਾ ਜਾਵਾਂ। ਗੁਰਬਾਣੀ ਨੇ ਕਿਹਾ ਕਿਸੇ ਦਾ ਹਿਰਦਾ ਨਹੀਂ ਤੋੜਨਾ, ਔਰ ਬਾਬਾ ਫਰੀਦ ਦੀ ਗੱਲ ਕਰਦੇ ਸੀ, ਬਾਬਾ ਫਰੀਦ ਦੇ ਬੋਲਾਂ ਨਾਲ ਹੀ ਗੱਲ ਕਰ ਲੈਂਦੇ ਹਾਂ। ਬਾਬਾ ਫਰੀਦ ਜੀ ਕਹਿੰਦੇ ਨੇ ਆਪਣੇ ਸਲੋਕਾਂ ਦੇ ਵਿੱਚ, ਕਹਿੰਦੇ ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ, ਹਿਆਓ ਨਾ ਕਹਿੀ ਠਾ ਮਾਨਕ ਸਭ ਅਮੋਲਵੇ। ਇਹ ਸਿਧਾਂਤ ਸੂਫੀ ਦਾ ਹੈ, ਬਾਬਾ ਫਕੀਰ ਦਾ ਗੁਰਬਾਣੀ ਜਿਹੜਾ ਸਿਧਾਂਤ ਹੈ, ਗੁਰਮਤਿ ਦਾ ਸਿਧਾਂਤ ਉਹ ਹੈ, ਇਸਲਾਮ ਦਾ ਸਿਧਾਂਤ ਨਹੀਂ ਹੈ।
ਤੋਂ ਵੱਖ ਹੈ, ਉਹਨਾਂ ਤੱਕ ਦੀ ਕਿਆਮਤ ਨੂੰ ਪ੍ਰਗਟ ਹੋਣਾ ਹੈ ਇਸਲਾਮ ਦੇ ਸਿਧਾਂਤ ਦਾ। ਪਰ ਬਾਬਾ ਫਰੀਦ ਕਹਿੰਦੇ ਨੇ ਜਿਹੜੀ ਗੱਲ, ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਨੀ, ਹਿਆਓ ਨਾ ਕਹਿ ਠਾ ਮਾਨਕ ਸਭ ਅਮੋਲਵੇ। ਕਿ ਤੂੰ ਕਿਸੇ ਨੂੰ ਫਿੱਕਾ ਬੋਲ ਨਾ ਬੋਲੀ, ਫਿੱਕੀ ਗੱਲ ਨਾ ਕਹੀ, ਇੱਕ ਫਿੱਕਾ ਨਾ ਗਲਾਏ, ਕਿਸੇ ਨੂੰ ਫਿੱਕੀ ਗੱਲ ਨਾ ਕਹੀ। ਸਭਨਾ ਮੈਂ ਸੱਚਾ ਧਨੀ, ਕਿਉਂਕਿ ਸਾਰਿਆਂ ਦੇ ਵਿੱਚੋਂ ਪਰਮਾਤਮਾ ਵਸ ਰਿਹਾ ਹੈ। ਹਿਆਓ ਨਾ ਕਹਿ ਠਾ ਮਾਨਕ ਸਭ ਅਮੋਲਵੇ, ਕਿਸੇ ਦਾ ਹਿਰਦਾ ਨਾ ਤੋੜ ਦਈ, ਕਿਉਂਕਿ ਸਾਰੇ ਹੀ ਹਿਰਦੇ ਨੇ, ਸਾਰੇ ਹੀ ਮਾਨਕ ਜਿਹੜੇ ਨੇ ਉਹ ਸਾਰੇ ਦੇ ਸਾਰੇ ਹਿਰਦੇ ਮਾਨਕ ਵਰਗੇ ਨੇ, ਰਤਨਾਂ ਵਰਗੇ ਨੇ, ਸਾਰੇ ਦੇ ਸਾਰੇ ਅਮੁੱਲੇ ਮਾਨਕ ਨੇ। ਤੋੜੀ ਨਾ ਕਿਸੇ ਨੂੰ। ਆਪਣੇ ਬੋਲਾਂ ਦੇ ਨਾਲ ਸਿੱਖ ਨੇ, ਆਪਣੇ ਪ੍ਰਚਾਰ ਦੇ ਨਾਲ ਸਿੱਖ ਨੇ, ਆਪਣੇ ਵਿਚਾਰ ਦੇ ਨਾਲ ਸਿੱਖ ਨੇ, ਆਪਣੇ ਤਕਰਾਰ ਦੇ ਨਾਲ ਸਿੱਖ ਨੇ, ਆਪਣੇ ਵਿਹਾਰ ਦੇ ਨਾਲ, ਭਾਵੇਂ ਉਹ ਪ੍ਰਚਾਰ ਹੋਵੇ, ਭਾਵੇਂ ਉਹ ਵਿਚਾਰ ਹੋਵੇ, ਭਾਵੇਂ ਉਹ ਤਕਰਾਰ ਹੋਵੇ ਤੇ ਭਾਵੇਂ ਉਹ ਵਿਹਾਰ ਹੋਵੇ, ਸਿੱਖ ਨੇ ਕਿਸੇ ਦਾ ਹਿਰਦਾ ਨਹੀਂ ਤੋੜਨਾ, ਕਿਸੇ ਦਾ ਦਿਲ ਨਹੀਂ ਦਿਖਾਉਣਾ। ਇਹ ਗੁਰੂ ਦਾ ਵਚਨ ਹੈ। ਬਾਬਾ ਫਰੀਦ ਜੀ ਗੁਰਬਾਣੀ 'ਚ ਗੱਲ ਕਰ ਰਹੇ ਨੇ, ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਵਿੱਚ। ਔਰ ਜਿਹੜਾ ਜਿਹੜੇ ਸ਼ਲੋਕ 'ਚ ਗੱਲ ਕਹੀ ਨਾ ਬਾਬਾ ਫਰੀਦ ਜੀ ਨੇ, ਉਦੋਂ ਅਗਲਾ ਸ਼ਲੋਕ ਜਿਹੜਾ, ਬਿਲਕੁਲ ਉਦੋਂ ਅਗਲਾ ਸ਼ਲੋਕ ਜਿਹੜਾ, ਉਹਦੇ ਅੰਦਰ ਫਿਰ ਦੁਹਰਾ ਕੇ ਗੱਲ ਇਹੀ ਕਹਿੰਦੇ ਨੇ ਬਾਬਾ ਫਰੀਦ ਜੀ। ਪਹਿਲੇ ਸ਼ਲੋਕ 'ਚ ਕਹਤਾ ਸੀ, ਜਿਹੜਾ ਆਪਾਂ ਬੋਲ ਕੇ ਹਟੇ, ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਨੀ, ਹਿਆਓ ਨਾ ਕਹਿ ਠਾ ਮਾਨਕ ਸਭ ਅਮੋਲਵੇ। ਤੇ ਅਗਲੇ ਸ਼ਲੋਕ ਦੇ ਵਿੱਚ ਫਿਰ ਕਹਿੰਦੇ ਨੇ, ਸਭਨਾ ਮਨ ਮਾਨਕ ਥਾਹਨ ਮੂਲ ਮਚਾਂਗਵਾ, ਜੇ ਤੋ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀ ਦਾ। ਕਹਿੰਦੇ ਸਾਰਿਆਂ ਦੀ ਮਨ ਮਾਨਕ ਨੇ। ਪਿਛਲੇ 'ਚ ਵੀ ਕਹਿਤਾ ਸੀ, ਉੱਥੇ ਉਹਨਾਂ ਦਾ ਸ਼ਲੋਕ ਮੁੱਕ ਗਿਆ ਸੀ, ਮਾਨਕ ਸਭ ਅਮੋਲਵੇ। ਤੇ ਇੱਥੇ ਕਹਿੰਦੇ ਸਭਨਾ ਮਨ ਮਾਨਕ, ਸਾਰਿਆਂ ਦੇ ਹੀ ਮਨ ਮਾਨਕ ਨੇ, ਕਿਸੇ ਇੱਕ ਨੂੰ ਨਾ ਸਮਝ ਲਈ। ਸਭਨਾ ਮਨ ਮਾਨਕ, ਸਾਰਿਆਂ ਦੇ ਹੀ ਮਨ ਹੀਰੇ ਨੇ, ਰਤਨ ਨੇ, ਜਵਾਹਰ ਨੇ, ਮਾਨਕ ਨੇ। ਸਭਨਾ ਮਨ ਮਾਨਕ ਠਾਹਨ ਮੂਲ ਮਚਾਂਗਵਾ, ਕਿਸੇ ਇੱਕ ਨੂੰ ਵੀ ਤੋੜੀ ਨਾ, ਕਿਸੇ ਨੂੰ ਵੀ ਠਾਹੇ ਨਾ ਗਈ, ਕਿਸੇ ਇੱਕ ਨੂੰ ਵੀ ਤੋੜੀ ਨਾ, ਸਾਰਿਆਂ ਦੇ ਹੀ, ਕਿਉਂਕਿ ਹਰ ਇੱਕ ਦੇ ਵਿੱਚ ਪਰਮਾਤਮਾ ਵਸ ਰਿਹਾ। ਜੇ ਤੋ ਪਿਰੀਆਂ ਦੀ ਸਿੱਖ ਹਿਆਓ ਨਾ ਠਾਹੇ ਕਈ ਦਾ, ਜੇ ਤੈਨੂੰ ਪਰਮਾਤਮਾ ਨੂੰ ਮਿਲਣ ਦੀ ਸਿੱਖ ਹੈ, ਜੇ ਤੈਨੂੰ ਪਰਮਾਤਮਾ ਨੂੰ ਮਿਲਣ ਦੀ ਖਾਸ਼ ਹੈ, ਜੇ ਤੈਨੂੰ ਪਰਮਾਤਮਾ ਨੂੰ ਮਿਲਣ ਦੀ ਇੱਛਾ ਹੈ, ਜੇ ਤੋ ਪ੍ਰਿਆ ਦੀ ਸਿੱਖ, ਜੇ ਤੂੰ ਪਰਮਾਤਮਾ ਨੂੰ ਪਾਉਣਾ ਚਾਹੁੰਦਾ ਹੈ, ਜੇ ਤੂੰ ਪਰਮਾਤਮਾ ਦੀ ਬਖਸ਼ਿਸ਼ ਲੈਣਾ ਚਾਹੁੰਦਾ ਹੈ, ਜੇ ਤੋ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀ ਦਾ, ਕਿਸੇ ਦਾ ਹਿਰਦਾ ਨਹੀਂ ਕਦੀ ਦਿਖਾਈਦਾ, ਕਿਉਂਕਿ ਵਸਦਾ ਤਾਂ ਹਿਰਦੇ ਅੰਦਰ ਹੈ ਨਾ, ਹਿਰਦਿਆਂ ਦੇ ਅੰਦਰ ਵਸਦਾ ਹੈ, ਹਰ ਹਿਰਦੇ ਅੰਦਰ ਵਸਦਾ ਹੈ। ਤੇ ਤੂੰ ਇੱਕ ਵੀ ਹਿਰਦਾ ਦਿਖਾਤਾ ਤੇ ਸਮਝ ਲਾ ਤੂੰ ਪਰਮਾਤਮਾ ਨੂੰ ਦਿਖਾਤਾ, ਤੂੰ ਪਰਮਾਤਮਾ ਨੂੰ ਆਪਣੇ ਆਪ ਤੋਂ ਦੂਰ ਕਰ ਲਿਆ। ਇਸੇ ਸਿਧਾਂਤ ਨਾਲ ਜੁੜ ਕੇ ਬਾਬਾ ਫਰੀਦ ਜੀ ਜਿਹੜੇ ਸ਼ਲੋਕਾਂ ਦੇ ਵਿੱਚ ਕਹਿ ਰਹੇ ਨੇ, ਇਸੇ ਸਿਧਾਂਤ ਨਾਲ ਜੁੜ ਕੇ, ਗੁਰਬਾਣੀ ਦੇ ਗੁਰਮਤ ਦੇ ਇਸੇ ਸਿਧਾਂਤ ਨਾਲ ਜੁੜ ਕੇ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਨੇ ਆਖਿਆ ਕਿ ਸਿੱਖ ਨੇ ਬਚਨ ਕੌੜਾ ਨਹੀਂ ਕਹਿਣਾ, ਜਿਸ ਕਰਕੇ ਕਿਸੇ ਦਾ ਹਿਰਦਾ ਦੁਖਦਾ ਹੋਵੇ। ਇਹਨੇ ਖੁਰ ਅੰਦਾਜ਼ ਸਮਝੇ। ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਗੱਲ ਕਰਦੇ, ਉੱਥੋਂ ਹੀ ਗੱਲ ਕਰ ਲੈਂਦੇ ਹਾਂ। ਬਾਬਾ ਫਰੀਦ ਜੀ ਕਹਿੰਦੇ ਵੀ ਜਿਹੜੀਆਂ ਦੁਨੀਆ ਦੀਆਂ ਮਿੱਠੀਆਂ ਵਸਤਾਂ ਨੇ ਨਾ, ਜਿਨ੍ਹਾਂ ਨੂੰ ਬਹੁਤ ਮਿੱਠੀਆਂ ਗਿਣਿਆ ਗਿਆ, ਜਿਹੜੀਆਂ ਵਸਤਾਂ ਦੇ ਨਾਲ ਸਾਨੂੰ ਆਪਣੇ ਭੋਜਨ 'ਚੋਂ ਵੀ ਮਿਠਾਸ ਆਉਂਦੀ ਹੈ, ਉਹਨਾਂ ਦੀ ਵਰਤੋਂ ਕਰਦੇ ਆਪਾਂ ਆਪਣੇ ਭੋਜਨ 'ਚ ਮਿਠਾਸ ਪੈਦਾ ਕਰਨ ਦੇ ਲਈ। ਜਿਹੜੀਆਂ ਚੀਜ਼ਾਂ ਮਿਠਾਸ ਪੈਦਾ ਕਰਦੀਆਂ ਨੇ, ਯਾਨੀ ਜਿਹੜੀ ਚੀਜ਼ਾਂ ਬਹੁਤ ਮਿੱਠੀਆਂ ਨੇ, ਬਾਬਾ ਫਰੀਦ ਜੀ ਕਹਿੰਦੇ ਰੱਬ ਦਾ ਨਾਮ, ਪਰਮਾਤਮਾ ਦਾ ਨਾਮ ਉਹਨਾਂ ਸਾਰਿਆਂ ਤੋਂ ਮਿੱਠਾ ਹੈ। ਰੱਬ ਉਹਨਾਂ ਸਾਰਿਆਂ ਤੋਂ ਮਿੱਠਾ ਹੈ। ਤੇ ਜਿਹੜਾ ਰੱਬ ਸਾਰਿਆਂ ਤੋਂ ਮਿੱਠਾ ਹੈ, ਜੇ ਤੂੰ ਕੌੜੇ ਬੋਲ ਬੋਲੇਗਾ ਤਾਂ ਮਿੱਠਾ ਤਾਂ ਤੇਰੇ ਅੰਦਰ ਨਹੀਂ ਵਸਣ ਲੱਗਾ। ਫਿਰ ਜੇ ਤੂੰ ਕੌੜੇ ਬੋਲ ਬੋਲੇਗਾ ਤੇ ਪਰਮਾਤਮਾ ਤੇਰੇ ਅੰਦਰ, ਉਹ ਕਿਉਂਕਿ ਮਿੱਠਾ ਹੈ, ਉਹਨੇ ਵਸਣਾ ਨਹੀਂ। ਕੌੜਾ ਤੇ ਮਿੱਠਾ ਦੋਨੇ ਇੱਕ ਥਾਂ ਤੇ ਇਕੱਠੇ ਨਹੀਂ ਹੋ ਸਕਦੇ। ਜਿੱਥੇ ਮਿਠਾਸ ਹੈ ਉੱਥੇ ਕੜੱਤਨ ਨਹੀਂ ਹੋਏਗੀ, ਜਿੱਥੇ ਕੜੱਤਨ ਹੈ ਉੱਥੇ ਮਿਠਾਸ ਨਹੀਂ ਹੋਏਗੀ। ਤੈਨੂੰ ਦੂਜੇ ਅੰਦਰ ਅੱਜ ਕੱਲ੍ਹ ਜਿਹਦੇ ਅੰਦਰ ਰੱਬ ਵਸ ਗਿਆ, ਜਿਹਦੇ ਅੰਦਰ ਉਹਦਾ ਨਾਮ ਵਸ ਗਿਆ, ਜਿਹਦੇ ਅੰਦਰ ਉਹਦੀ ਮਿਠਾਸ ਆ ਗਈ, ਉਹ ਕਿਸੇ ਨੂੰ ਕੌੜਾ ਬੋਲ ਬੋਲੇਗਾ ਵੀ ਕਿੱਦਾਂ? ਨਹੀਂ ਬੋਲ ਸਕਦਾ। ਬਾਬਾ ਫਰੀਦ ਦਾ ਸ਼ਲੋਕ ਆਪਾਂ ਸਾਂਝਾ ਕਰ ਲੈਂਦੇ ਹਾਂ ਗੱਲ ਨੂੰ ਥੋੜਾ ਸਮਝਣ ਦੇ ਲਈ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਸ਼ੱਕਰ ਖੰਡ ਨਵਾਤ ਗੁੜ, ਮਾਖਿਓ ਮਾਝਾ ਦੁੱਧ। ਦੇਖੋ ਕਿਹੜੀਆਂ ਕਿਹੜੀਆਂ ਵਸਤਾਂ ਬਾਬਾ ਫਰੀਦ ਜੀ ਨੇ ਚੁਣੀਆਂ। ਸ਼ੱਕਰ ਆਮ ਤੌਰ ਤੇ ਆਪਾਂ ਗੁੜ ਦੀ ਬਣੀ ਹੁੰਦੀ ਆਪਾਂ ਵਰਤਦੇ ਹਾਂ।
शक्कर खंड नवात गुड़, सब तो मिठिया वस्तां च शक्कर है, खंड है, नवात मैना मिश्री, शक्कर खंड नवात गुड़, शक्कर है, खंड है, मिश्री है, गुड़ है, माखियो शहद है, माखियो शहद का नाम हनी, शक्कर खंड नवात गुड़, माखियो माझा दुध, कि मझ का दुध बड़ा मिठा गिनिया गया। आम तौर पर कहते कई एडवरटाइज करते होंगे मझ के दुध की बर्फी साडे बनती है क्योंकि ज़्यादा मिठी बर्फी, उस खोआ भी है मझ के दुध का, वह भी मिठा, उस खंड पा दी गई वह भी मिठी, तो ज़्यादा मिठी बर्फी, ज़्यादा स्वादिष्ट बर्फी माझा दुध। ये कई संप्रदावां ने अर्थ किए आ, क्योंकि माझा जो शब्द है वो उत्ते मम्मे के उत्ते बिंदी लाई हुई आ, ला के वो अर्थ करते हैं माँ जा, यानी माझा मां का दुध जोड़ा है वह मिठा गिनिया गया बहुत, इदा भी ले लो, पर माझा दुध ना अर्थ करते हैं। पर कई संप्रदावां ने मैं तां कीता क्योंकि कई संप्रदायी टिक्कियां दे विच जिथे एक शब्द के बहुत बहुत अर्थ किए गए मां का दुध। शक्कर खंड मिश्री, शक्कर खंड नवात मिश्री, शक्कर खंड नवात गुड़, शहद, माझा मां का दुध, माझा दुध वैसे सीधा शब्दार्थ माझा दुध, मझ का दुध, पर मां का भी शब्द किते ना किते वरत्या गया है, झा नूं दा दे अर्थां च वरत के माझा दुध। सभे वस्तु मिठियां, सब तो मिठियां वस्तां ने संसार दियां किहड़ियां किहड़ियां, शक्कर है, खंड है, मिश्री है, गुड़ है, माखियो शहद है, मझ का दुध है, सब तो मिठिया वस्तां गिनिया गई, सब वस्तु मिठियां। पर बाबा फरीद जी कहते रब ना पूजन तुद, जिन्नियां मर्जी मिठियां होण पर रब तक नहीं पुजदियां, रब इन्हां सारियां तो ज़्यादा मिठा जे, रब इन्हां सारियां एक दूजे तो वध के वस्तां मिठियां। कौन कहेगा खंड ज़्यादा मिठी कि गुड़ ज़्यादा मिठा, कौन कहेगा मिश्री ज़्यादा मिठी कि शक्कर ज़्यादा मिठी, कौन कहेगा शक्कर ज़्यादा मिठी कि शहद ज़्यादा मिठा, सारियां वस्तां मिठियां ने, एक दूजे तो वध के मिठियां ने। पर बाबा फरीद कहते सारियां वस्तां जिहड़ियां तुसीं गिनदे हो एक दूजे तो वध के मिठियां, जिहड़ियां सब तो ज़्यादा मिठियां गिनियां गईयां, रब दा नां ये सारियां है मिठियां, कोई शक नहीं, पर रब दा नां इन्हां सारियां तो ज़्यादा मिठा जे, रब इन्हां सारियां तो ज़्यादा मिठा है। रब ना पुजन तो रब दे नेड़े तेड़े भी नहीं पुजदियां, रब जिन्ना मिठा है उहदे नेड़े भी नहीं पुजदियां, तो रब इन्ना मिठा है भाई, तो जिथे रब का वासा हो जाएगा उत्थों में कौड़ा बोल किद्दां निकलेगा, उत्थों मिठे मिठे बोल ही निकलने हैं, उत्थों मिठिया मिठिया गल्लां ही होणियां ना, तो जिथों कौड़े बोल निकलते समझ लो उत्थे रब का वासा नहीं होया, जां जिथे कौड़े बोल निकलते आ उत्थे रब ने नहीं वसना, तो जिथों दे निकले हुए कौड़े बोल किसी दूजे का हिरदा तोड़ते हैं, दूजे का दिल दिखाते हैं, तो दिलों के विच हिरदियां अंदर तो परमात्मा वसदा है, तुसीं परमात्मा नूं दिखा रहे हो, परमात्मा दी खुशियां किद्दां लाओगे। सो सतगुरु ने इस करके बचन किया कि सिख ने कौड़ा बोल नहीं बोलना, बचन कौड़ा नहीं कहना, जिस करके किसी का हिरदा दुखदा हो, दोहरा दोहरा के गल अपने आप को समझाने की लोड़ है, ताकि साडे मूँह कभी कोई कौड़ा बचन निकले ना छेती कीता। पर दुनिया भर च मशहूर हो गया कि जिन्नियां गालां सिख कढ़दे उन्नियां शायद कोई दुनिया का होर शख्स कढ़दा होवे, साडे पंजाबी सुभाऽ च आ गया ना कि असीं गाल बिना गल ही नहीं करते, और कईयां दी आदत इन्नी विगड़ी हुई गल करदे गाल कड्ढी जांदे, अपने आप को दो गालां कढ़ लैणगे, दो जिहड़ा सुणन वाला उहनूं कढ़ देणगे। घर च धीआं भैणां बैठी होंदियां तां उन्हां दे मूँहों गालां निकलदियां हुंदियां, भाई गंदे बोल मूँहों निकलते आ, कौड़े बोल मूँहों निकलते, समझ लो रब तो बड़ी दूर हो, गुरु तो बड़ी दूर हो। अपनी बोली नूं सुधारिए थोड़ा जिहा, अपनी बोली ते आप कंट्रोल करना जानिए, अपने कहे बोलों को आप सुनिए, उन्होंने समझिए, कुछ सुधार होएगा अपने आप। सतगुरु की जे सतगुरु नूं सतगुरु मन के सेध लैनी है, तो सेध लैन का इको ही तरीका ना सतगुरु के बचनों को मन्निया जाए। सतगुरु
ਨੇ ਤਾਂ ਐਲਾਨ ਕਰਤਾ कि मेरे शब्द ही मेरा रूप है। जे तुसीं मेरे शब्दां नूं, मेरे बचनां नूं नहीं मनदे, बचन है सतगुरु, तो फिर तुसीं सतगुरु नूं नहीं मनदे। तो जे किते सतगुरु के बचन सिखां ने मन्ने हुंदे तो जिहड़ी हालात अज ये नहीं सी होनी। गुरु ने ऐलान किया कि खालसा 96 करोड़ होवेगा, सारी दुनिया के खालसे के परचम झुलणगे। कोई औखा नहीं सी। जिहो जिहा मार्ग सतगुरु ने सानूं दिता है, जिहो जिहा विरसा सानूं सतगुरु ने दिता है, गुरु नानक साहब ने उस समय की जिन्नी कोई दुनिया दिसदी सी सारी घूम के 9 करोड़ लोगों नूं चरण पौल दित्ती सी अपनी हयाती दे विच, अपनी सरीर काज दे विच। वधनी चाहिदी सिੱਖੀ। गुरु नानक तो लैके 10वें पातशाह तक वधदी रही। गुरु नानक दे वेले 9 करोड़ सी, बाज होर वधी होएगी। अज कित्थे रह गया? 2 करोड़ 3 करोड़। और हुण तां हालात ये हो गया कि पंजाब जिहड़ा सिੱਖੀ दा घर समझिया जांदा, उत्थे क्रिश्चियनिटी, इस्लाम, बाहरों गया हुआ धर्म, कदे मदरसे बन रहा, कदे मसीतां बन रही, कदे चर्च बन रहा। तुहाडे घरां दीयां दरवाजे कर करके जमातां तुरदियां ने, पुछदियां ने भाई आओ तुहानूं कोई सहूलतां दईए, तुसीं साडे नाल रल जाओ। कित्थे को आपां सिੱਖੀ दा भविख लै के बैठे हां। सतगुरु के बचनों को मन्नांगे, सतगुरु के बचनों अनुसार जीवन जीवांगे, तां ही पार उतारा होना, तां ही साडियां कौम दी आउण वालियां पीढ़ियां दा भविख सुरक्षित होना। मैं दर्द चों कह रहा गल, अपने आप को कह रहा गल। सतगुरु रहमतां करे। और जे किते पुछीए ना गुरु नानक देव जी नूं, जदों ना जी परमात्मा की गल कही है गुरु अर्जन देव पातशाह ने भी, वो कहते मिठ बोलड़ा जी हर सज्जन स्वामी मोरा, हाँ संभल थकी जी वो कदे ना बोले कोड़ा। वो कौड़ा बोलना तो जानता ही नहीं, मिठ बोलड़ा है अकाल पुरख परमात्मा। मिठ बोलड़ा जी हर सज्जन स्वामी मोरा, हाँ संभल थकी जी। मैं कई बार पत्या के देखा, कौड़ा नहीं बोलता, कौड़ा बोलता ही नहीं। तो गुरु नानक साहब कहते हैं जिहड़े कौड़ा बोलते हैं, जिन्हां दी बोलां च फिक्का है, जिहड़े फिक्का बोलते हैं, जिन्हां दे बोलां च मिठास नहीं। वैसे तो गुरु नानक साहब ने सारे गुणा चंगियाइयां दा तत्त ही आख दिता है कि मिठत नीवी नानका गुण चंगियाइयां तत्त, गुणा ते चंगियाइयां दा तत्त ये है। गुरु नानक साहब कहते हैं कि एक तुहाडे बोलां च मिठास होवे, दूजे तुहाडे कर्म दे विच निमरता होवे। मिठत नीवी नानका, एक तुहाडे बोलां च मिठास होवे, दूजा तुहाडे विहार दे विच निमरता होवे। मिठत नीवी नानका गुण चंगियाइयां तत्त, सारे गुणा ते चंगियाइयां दा तत्त है, गुरु नानक साहब ने आख दिता। पर फिर गुरु नानक साहब फिर चेतावनी दे के भी कहते हैं कि जे तुसीं फिर भी इन्ना कुछ जानते हो, फिर भी फिक्का बोलते, तो गुरु नानक साहब कहते हैं नानक फिक्का बोली है। आसा दी वार दे विच है फरमान, श्लोक है, नानक फिक्का बोलिया तन मन फिक्का होए, फिक्को फिक्का सदिए, फिक्के फिक्की सोए, फिक्का दरगह सटिए, मुँह थुक्का फिक्के पाए, फिक्का मूर्ख आखिए, पाना लहे हे सजाए। पाना पैर पाने वाली जुत्ती, जाने कि जुत्तियां की सजा मिलती है। पाना लहे सजाए, नानक फिक्का बोली है। तन मन जिहड़ा कहंदे फिक्का बोलदा है, ਉਹਦਾ तन भी फिक्का, ਉਹਦਾ मन भी फिक्का, ਉਹਦੇ अंदर मिठास वस नहीं सकती, ਉਹਦੇ अंदर परमात्मा नहीं वस सकता। ਜਿਹਦੇ ਬੋਲਾਂ 'ਚ ਫਿੱਕਾ ਪਾਣਾ है, ਜਿਹਦੇ ਬੋਲਾਂ 'ਚ ਕੌੜਾਪਨ है, ਉਹ परमात्मा तो सखना, ਉਹਦਾ तन भी रहेगा, ਉਹਦਾ मन भी परमात्मा तो सखना रहे। गुरु नानक साहब का कीता होया ऐलान है, नानक फिक्का बोलीए, ਜਿਹਦੇ ਬੋਲਾਂ ਦੇ ਵਿੱਚ ਫਿੱਕਾਪਨ है, ਕੌੜਾਪਨ है। नानक फिक्का बोलिया तन मन फिक्का होए, फिक्को फिक्का सदिए। फिक्के ਨੂੰ ਫਿਰ ਲੋਕੀ ਫਿੱਕਾ ਹੀ ਕਹਿਣਗੇ, ਕੌੜਾ ਹੀ ਕਹਿਣਗੇ। ਫਿੱਕੇ ਫਿੱਕੀ सोए, ਉਹਦੇ ਬਾਰੇ ਜਿਹੜੀ ਗੱਲਬਾਤ ਹੋਏਗੀ, ਜਿਹੜੀ ਉਹ ਵੀ ਫਿੱਕੀ ਹੋਏਗੀ, कड़त्तर वाली होएगी, क्योंकि ਉਹਦੀ ਜਿਹੜੀ सोए है, ਉਹਦੀ ਜਿਹੜੀ हवा है कह ले, ਉਹਦੇ बारे ਜਿਹੜੀ चुझ चर्चा वो भी फिक्की फिक्की चलेगी। बड़ा कड़त्तर वाला बंदा है।
ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸੁੱਟੀਏ। ਇੱਥੇ ਤਾਂ ਹੈ ਹੀ ਹਾਲ ਮਾੜਾ, ਕਹਿੰਦੇ ਪਰਮਾਤਮਾ ਦੀ ਦਰਗਾਹ ਜਾ ਕੇ ਵੀ ਹਾਲ ਮਾੜਾ ਹੋਣਾ। ਫਿੱਕਾ ਦਰਗਾਹ ਸੁੱਟੀਏ, ਦਰਗਾਹ ਦੇ ਵਿੱਚੋਂ ਸੁੱਟ ਦਿੱਤਾ ਜਾਏਗਾ ਬਾਹਰ। ਮੂੰਹ ਥੁੱਕਾਂ ਫਿੱਕੇ ਪਾਏ, ਸਖਤ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ ਸਮਝਾਉਣੀ ਦੇ ਲਈ। ਫਿੱਕਾ ਮੂਰਖ ਆਖੀਏ ਪਾਣਾ ਲਹੇ ਸਜਾਏ, ਕਹਿੰਦੇ ਫਿੱਕਾ ਹੈ ਹੀ ਮੂਰਖ। ਕਿੱਥੋਂ ਤੱਕ ਮੂਰਖ ਹੈ ਕਿ ਜੁੱਤੀਆਂ ਦੀ ਮਾਰ ਖਾਣ ਤੱਕ ਜਾਂਦਾ ਹੈ। ਉਹ ਆਪਣੇ ਕੌੜੇ ਬੋਲਾਂ ਕਰਕੇ, ਆਪਣੇ ਫਿੱਕੇ ਬੋਲਾਂ ਕਰਕੇ ਹਰ ਥਾਂ ਤੇ ਮੂਰਖਤਾ ਦਿਖਾਉਂਦਾ ਹੈ, ਤੇ ਮੂਰਖਤਾ ਦਿਖਾਉਂਦਾ ਵੀ ਕਿਤੇ ਜੁੱਤੀਆਂ ਵੀ ਖਾਂਦਾ ਰਹਿੰਦਾ ਹੈ। ਫਿੱਕੇ ਦੀ ਨਿਸ਼ਾਨੀ ਇਹ ਹੈ। ਜੁੱਤੀਆਂ ਖਾਣ ਦਾ ਸਬੱਬ ਆਪਣੇ ਬੋਲਾਂ ਨਾਲ ਬਣਾਈ ਰੱਖਦਾ। ਸਤਿਗੁਰੂ ਜੀ ਦੀ ਇਹ ਸਮਝਾਉਣੀ ਹੈ। ਤੇ ਸਤਿਗੁਰੂ ਕਹਿੰਦੇ ਨੇ ਫਿਰ ਬੋਲਣਾ ਕਿਹੋ ਜਿਹਾ ਚਾਹੀਦਾ। ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਜਿਤ ਬੋਲਿਆ ਪਤ ਪਾਈਏ, ਸੋ ਬੋਲਿਆ ਪਰਵਾਨ, ਫਿੱਕਾ ਬੋਲ ਵਗੁਚਨਾ, ਸੁਣ ਮੂਰਖ ਮਨ ਅਜਾਹਣ। ਇਹ ਮੂਰਖਾ, ਇਹ ਗਿਆਨੀਆਂ, ਤੂੰ ਇਹ ਗੱਲ ਸਮਝ ਲਾ ਕਿ ਫਿੱਕਾ ਬੋਲ ਕੇ ਹੀ ਤੇਰਾ ਨੁਕਸਾਨ ਹੋ ਰਿਹਾ ਸਾਰਾ। ਤੂੰ ਪਰਮਾਤਮਾ ਨਾਲੋਂ ਵਿਛੜ ਰਿਹਾ, ਤੂੰ ਸੰਸਾਰ ਨਾਲੋਂ ਵੀ ਟੁੱਟ ਰਿਹਾ। ਤੂੰ ਕਰਤਾਰ ਤੇ ਸੰਸਾਰ ਦੋਹਾਂ ਪਾਸੇ ਜੋਗਾ ਨਹੀਂ ਰਿਹਾ, ਕਿਉਂਕਿ ਤੇਰੇ ਬੋਲਾਂ 'ਚ ਕੜੱਤਣ ਹੈ, ਤੇਰੇ ਬੋਲਾਂ 'ਚ ਫਿੱਕਾਪਨ ਹੈ। ਤੇ ਸਵੇਰ ਕਰਕੇ ਬੋਲ ਉਹ ਬੋਲ ਜਿਤ ਬੋਲਿਆ ਪਤ ਪਾਈਏ, ਸੋ ਬੋਲਿਆ ਪ੍ਰਵਾਨ। ਉੱਦਾਂ ਦੇ ਮਿੱਠੇ ਮਿੱਠੇ ਬੋਲ ਬੋਲਿਆ ਕਰ, ਆਪਣੇ ਬੋਲਾਂ 'ਚ ਥੋੜੀ ਮਿਠਾਸ ਭਰ, ਉਹ ਬੋਲਿਆ ਪ੍ਰਵਾਨ ਹੋਏਗਾ। ਜਿਹਨਾਂ ਤੇਰੀ ਪੱਤ ਆਏਗੀ, ਜਿਹਨਾਂ ਤੇਰੀ ਇੱਜ਼ਤ ਰਹੇਗੀ ਇੱਥੇ ਵੀ ਤੇ ਉੱਥੇ ਵੀ। ਔਰ ਗੁਰਬਾਣੀ ਜੀ ਨੇ ਜਦੋਂ ਅਕਾਲ ਪੁਰਖ ਨੂੰ ਮਿੱਠ ਬੋਲੜਾ ਆਖਿਆ ਨਾ, ਤੇ ਸਤਿਗੁਰੂ ਵੀ ਮਿੱਠ ਬੋਲੜਾ ਹੈ, ਕਿਉਂਕਿ ਅਕਾਲ ਪੁਰਖ ਦਾ ਨੁਮਾਇੰਦਾ ਹੈ। ਤੇ ਸਤਿਗੁਰੂ ਦੇ ਜਿਹੜੇ ਮਿੱਠੇ ਬੋਲੇ ਸਾਡੇ ਕੋਲ ਗੁਰਬਾਣੀ ਦਾ ਹੀ ਪਹੁੰਚਦੇ ਆ। ਔਰ ਕਈ ਲੋਕ ਮੈਂ ਕਹਿੰਦੇ ਸੁਣੇ ਆ ਕਿ ਗੁਰਬਾਣੀ ਦਾ ਇਹ ਸ਼ਬਦ ਬੜਾ ਕੌੜਾ। ਗੁਰਬਾਣੀ ਦਾ ਕੋਈ ਵੀ ਸ਼ਬਦ ਕੌੜਾ ਨਹੀਂ, ਗੁਰਬਾਣੀ ਦੇ ਸਾਰੇ ਸ਼ਬਦ ਮਿੱਠੇ ਨੇ। ਇਸ ਗੱਲ ਨੂੰ ਇਦਾਂ ਸਮਝੀਏ ਕਿ ਜਦੋਂ ਕਿਸੇ ਮਨੁੱਖ ਨੂੰ ਬੁਖਾਰ ਹੋ ਜਾਂਦਾ ਨਾ, ਬਿਮਾਰ ਹੋ ਜਾਂਦਾ ਕੋਈ ਮਨੁੱਖ, ਤੇ ਬੁਖਾਰ ਦੇ ਨਾਲ ਉਹਦੀ ਮੂੰਹ ਦਾ ਸਵਾਦ ਕੌੜਾ ਹੋ ਜਾਂਦਾ। ਉਹ ਜਿਹੜੀ ਵੀ ਚੀਜ਼ ਮੂੰਹ 'ਚ ਪਾਏਗਾ ਉਹਨੂੰ ਕੌੜੀ ਲੱਗਣੀ, ਭਾਵੇਂ 'ਚ ਮਿੱਠੀ ਚੀਜ਼ ਪਾ ਲਵੇ। ਗੁਰਬਾਣੀ ਹੈ ਮਿੱਠੀ, ਪਰ ਅਸੀਂ ਬਿਮਾਰ ਹੋਏ ਆ, ਸਾਨੂੰ ਵੀ ਬੁਖਾਰ ਚੜਿਆ ਹੋਇਆ, ਸਾਡੇ ਮੂੰਹ ਦਾ ਸਵਾਦ ਵਿਗੜਿਆ ਹੋਇਆ, ਸਾਡੇ ਮੂੰਹ ਦਾ ਸਵਾਦ ਕੌੜਾ ਹੋ ਗਿਆ। ਗੁਰਬਾਣੀ ਮਿੱਠੀ ਹੈ ਸਾਡੀ, ਕਿਉਂਕਿ ਬੁਖਾਰ ਜ਼ਿਆਦਾ ਚੜਿਆ ਹੋਇਆ, ਬੁਖਾਰ ਦੇ ਵਿੱਚ ਸਾਨੂੰ ਬਾਣੀ ਕੌੜੀ ਲੱਗਦੀ ਹੈ, ਸਾਡੇ ਮੂੰਹ ਦਾ ਸਵਾਦ ਵਿਗੜਿਆ ਹੋਇਆ ਹੈ। ਸਾਨੂੰ ਸਮਝਾਉਣੀ ਦੀ ਗੱਲ, ਸਾਨੂੰ ਸਖਤ ਸ਼ਬਦ ਲੱਗਦੇ ਹੈ, ਸਾਡੇ ਸਮਝਾਉਣ ਹੈ ਸਾਡੇ ਭਲੇ ਲਈ। ਕੌੜਾ ਸ਼ਬਦ ਕੋਈ ਨਹੀਂ, ਸਭ ਮਿੱਠੇ ਹੀ ਨੇ, ਕਿਉਂਕਿ ਸਤਿਗੁਰੂ ਮਿੱਠਾ ਹੈ। ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਬੋਲਾ ਮੋਰਾ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਤਾਂ ਐਲਾਨ ਹੀ ਕਰ ਦਿੰਦੇ ਨੇ ਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 784 ਤੇ ਸੂਹੀ ਰਾਗ 'ਚ ਗੁਰੂ ਅਰਜਨ ਦੇਵ ਜੀ ਦਾ ਮਹਾਵਾਕ ਹੈ, ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਔਗਣ ਕੋਣਾ ਚਤਾਰੇ, ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੇ ਕਾਲੇ। ਕੌੜਾ ਨਹੀਂ ਬੋਲਦਾ, ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਹੈ। ਪੂਰਨ ਭਗਵਾਨ ਜਿਹੜਾ ਹੈ ਸਰਵ ਸ਼ਕਤੀਮਾਨ ਹੈ, ਜੋ ਉਹ ਕੌੜਾ ਨਹੀਂ ਬੋਲਦਾ ਕਦੀ ਵੀ। ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਹੈ, ਔਗਣਾਂ ਨੂੰ ਵੀ ਨਹੀਂ ਚਤਾਰਦਾ। ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਲਈ ਭੰਨੇ ਕਾਲੇ। ਇਸ ਗੱਲ ਨੂੰ ਥੋੜਾ ਹੋਰ ਅੰਦਾਜ਼ 'ਚ ਸਮਝ ਲਈਏ। ਮੈਂ 1-2 ਮਿੰਟਾਂ ਦੇ ਵਿੱਚ ਗੱਲ ਕਰਕੇ ਸਮਾਪਤੀ ਕਰ ਜਾਣੀ, ਸਮਾਂ ਹੁੰਦਾ ਜਾ ਰਿਹਾ। ਜਿਹੜਾ ਅਕਾਲ ਪੁਰਖ ਪਰਮਾਤਮਾ ਹੈ, ਜਿਹਦਾ ਕੋਈ ਰੂਪ ਨਹੀਂ, ਕਿਤੇ ਰੇਖ ਨਹੀਂ, ਕਿਤੇ ਰੰਗ ਨਹੀਂ, ਉਹ ਇਸ ਸੰਸਾਰ ਦੇ ਵਿੱਚ, ਇਸ ਬ੍ਰਹਿਮੰਡ ਦੇ ਵਿੱਚ ਪ੍ਰੇਮ ਹੋ ਕੇ ਪਸਰਿਆ ਹੋਇਆ, ਪ੍ਰੇਮ ਰੂਪ ਹੋ ਕੇ ਪਸਰਿਆ ਹੋਇਆ। ਇਹ ਗੱਲ ਗੁਰੂ ਗੋਬਿੰਦ ਸਿੰਘ ਨੇ ਕਹੀ। ਮੈਨੂੰ ਬਹੁਤ ਵਿਸਥਾਰ 'ਚ ਨਹੀਂ, ਬਹੁਤ ਥੋੜੇ ਸ਼ਬਦਾਂ 'ਚ ਕਹਿਣੀ ਪੈਣੀ ਗੱਲ, ਮੈਂ ਕਹਿ ਦਿਆਂ। ਨਿਤਨੇਮ ਦੀ ਦੂਜੀ ਬਾਣੀ ਹੈ ਜਾਪ ਸਾਹਿਬ, ਉਹਦੇ ਸਤਿਗੁਰੂ ਨੇ ਕਲਗੀਧਰ ਪਾਤਸ਼ਾਹ ਨੇ ਆਖਿਆ ਹੈ, ਦੇਸ਼ ਔਰ ਨਾ ਭੇਜ ਜਾ ਕਰ ਰੂਪ ਰੇਖਣਾ ਰਾਗ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਕਿ ਜਿਹਦਾ ਕੋਈ ਦੇਸ਼ ਨਹੀਂ, ਜਿਹਦਾ ਕੋਈ ਭੇਸ ਨਹੀਂ, ਜਿਹਦਾ ਕੋਈ ਰੂਪ ਨਹੀਂ, ਜਿਹਦੀ ਕੋਈ ਰੇਖ ਨਹੀਂ, ਜਿਹਦਾ ਕੋਈ ਰਾਗ ਨਹੀਂ, ਉਹ ਜਿਹੜਾ ਪਰਮਾਤਮਾ ਹੈ ਉਹ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਸਾਡੇ ਇੱਧਰ ਉੱਧਰ ਸਾਰੇ ਬੰਨੇ ਹਰ ਦਿਸ਼ਾ ਦੇ ਵਿੱਚ ਅਨੁਰਾਗ ਹੋ ਕੇ ਪਿਆਰ ਬਣ ਕੇ ਫੈਲਿਆ ਹੋਇਆ। ਤੇ ਫਿਰ ਸਵਈਆਂ ਦੀ ਜਿਹੜੀ ਤੀਜੀ ਬਾਣੀ ਹੈ ਨਿਤਨੇਮ ਦੀ, ਉਹਦੇ ਸਤਿਗੁਰੂ ਕਹਿੰਦੇ ਨੇ ਉਹ ਪ੍ਰੇਮ ਹੋ ਕੇ ਕਿਉਂਕਿ ਫੈਲਿਆ ਹੋਇਆ ਹੈ, ਇਸ ਕਰਕੇ ਸਾਚ ਕਹੂੰ ਸੁਣ ਲਿਓ ਪ੍ਰਭ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹੜਾ ਪ੍ਰੇਮ ਦੇ ਵਿੱਚ ਹੋਵੇਗਾ ਉਹੀ ਪ੍ਰਭ ਨੂੰ ਪਾ ਸਕੇਗਾ, ਕਿਉਂਕਿ ਪਰਮਾਤਮਾ ਹੈ ਹੀ ਪ੍ਰੇਮ ਰੂਪ। ਲਵ ਇਜ਼ ਗॉड, ਗॉड ਇਜ਼ ਲਵ, ਏਦਾਂ ਕਰ ਲਓ, ਦੋਨੇ ਸ਼ਬਦ ਏਦਾਂ ਕਰ ਲਓ। ਪਰਮਾਤਮਾ ਹੈ ਹੀ ਪ੍ਰੇਮ ਰੂਪ। ਸਾਚ ਕਹੂੰ ਸੁਣ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਨੁਰਾਗ ਬਣ ਕੇ ਫੈਲਿਆ, ਅਨੁਰਾਗ ਦਾ ਅਰਥ ਪਿਆਰ। ਤੇ ਜਿਹੜਾ ਪ੍ਰੇਮ ਦੇ ਵਿੱਚ ਹੋਵੇਗਾ ਉਹ ਫਿਰ ਕੌੜਾ ਬੋਲ ਕਿੱਦਾਂ ਬੋਲੇਗਾ।
कभी प्रेम दे विच भी, कभी प्यार दे विच भी, कभी मुहब्बत दे विच भी कौड़ा बोल बोलिया जाता है, नहीं बोल सकता। इसे करके सतगुरु ने आख्या जे परमात्मा नूं पाउणा है, उहदे प्रेम विच जाना है, वह प्रेम रूप है, वह कौड़ा नहीं बोलता। इस करके सिखा तू भी कभी कौड़ा बोल नहीं बोलना, तो कौड़ा बोल बोल के कभी किसी का हिरदा भी नहीं दिखाना, बचन कौड़ा नहीं कहना, जिस करके किसी का हिरदा दुखदा होवे जी। अमल करिए। वाहिगुरू जी का खालसा, वाहिगुरू जी की फतेह।